ਧੰਨ ਹਨ ਧੰਨ ਹਨ ਧੰਨ ਹਨ ਪਰਮ ਪੂਜਨੀਕ ਸੱਚੇ ਸਤਿਗੁਰੂ ਵਾਹਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਧੰਨ ਹਨ। ਹੋਜ ਬਲਵੀਰ ਬ੍ਰਹਮ ਸੁਖ ਸਾਗਰ ਕਰਤ ਕਰਤ ਕਹਿਲੇ ਹੋ ਅੰਗੁਰੀਆ श्रवण न सुरते नैन सुंदर नहीं श्रवण न सुरते नैन सुंदर नहीं आरत द्वार रटक पेंगरिया आरत द्वार रटत पेंगरिया दीनानाथ अनाथ करुणा में दीनानाथ अनाथ करुणा में साजन मीत पिता महतरिया साजन मीत पिता महतरिया चरण कवल हृदय गहे नानक पै सागर संत पारे उतरिया पै सागर संत पारे उतरिया गुरु नानक अंगद गुरु अमरदास पातेवंद रामदास अर्जुन गुरु वर श्री हरि गोबिंद हरि राय हरि कृष्ण गुर तेग बहादुर चंद दसवें गोबिंद सिंह गुरु नमो चरण अरविंद जिसमें अमृत ज्ञान है माणिक भगत वैराग श्री गुरु ग्रंथ साहिब उदत बंदो कर अनुराग श्री गुरु शब्द कमाए जिन जीते पंच विकार तैन संतन को बंदना सिर चरणन पर तार एकंकारा सतगुरु तेह प्रसाद सच होए वाहिगुरु जी की फतेह है विघ्न विनाशन सोए कहाँ बुद्ध प्रभ तुच्छ हमारी वर्ण सकै महिमा जो तिहारी हम ना सकत कर सिफत तुम्हारी आप ले हो तुम कथा सुधारी मूक उच्चरै शास्त्र खाट पिंग गिरन चढ़ जाए आंध लखै बदरौ सुनै जो काल कृपा कराए नमस्कार श्री खड़ग को करो सहित चित लाए पूरन करो ग्रंथ इह तुम मोहे करहु सहाय जप तप संयम धर्म न कमाया सेवा साधना जन्या हरि राया कहो नानक हम नीच कर्मा शरण परे की राखो शर्मा
ਬੇਸੁਮਾਰ ਅਥਾਹ ਅਗਨਤ ਅਤੁਲੈ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਬੇਸੁਮਾਰ ਅਥਾਹ ਅਗਨਤ ਅਤੁਲੈ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ। ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਟੰਡੋਲੇ, ਪੂਜਸੇ ਨਾਹੀ ਹਾਰੇ ਹਰੇ, ਨਾਨਕ ਨਾਮ ਅਮੋਲ। ਸ਼ਲੋਕ। ਬਹੁ ਸ਼ਾਸਤਰ ਬਹੁ ਸਿਮਰਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਮਹਾਰਾਜ ਜੀ ਦਾ ਖਾਸ ਰੂਪ, ਗੁਰੂ ਖਾਲਸਾ ਸਾਧ ਸੰਗਤ ਜੀਓ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ, ਸੰਤ ਸਿਪਾਹੀ ਜਗਤ ਦੇ ਮਾਹੀ, ਸਾਹਿਬ ਸਤਿਗੁਰੂ ਨੀਲੇ ਦੇ ਸ਼ਾਹ ਸਵਾਰ, ਬਾਜਾਂ ਵਾਲੇ ਤਾਜਾਂ ਵਾਲੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਵੱਲੋਂ ਬਖਸ਼ੀ ਫਤਿਹ ਦੁਹਰਾਈਏ ਜੀ, ਗੱਜ ਕੇ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਆਪ ਸਾਰੇ ਵੱਡਿਆਂ ਭਾਗਾਂ ਵਾਲੇ ਹੋ। ਆਪ ਜੀਆਂ ਨੂੰ ਸਾਧ ਸੰਗਤ ਦੀ ਪ੍ਰਾਪਤੀ ਹੋਈ ਹੈ, ਗੁਰੂ ਮਹਾਰਾਜ ਜੀ ਦੀ ਹਜ਼ੂਰੀ ਦੀ ਸੰਗਤ ਪ੍ਰਾਪਤ ਹੋਈ ਹੈ। ਪਰਿਵਾਰ ਬੜਿਆਂ ਵੱਡਿਆਂ ਭਾਗਾਂ ਵਾਲਾ ਹੈ। ਮਹਾਰਾਜ ਜੀਆਂ ਨੇ ਪ੍ਰੇਮ 'ਚ ਆ ਕੇ ਟੁੱਟ ਕੇ ਪ੍ਰਸੰਨ ਹੋ ਕੇ ਪਰਿਵਾਰ ਦੇ ਘਰੇ ਚਰਨ ਪਾਏ ਹਨ ਤੇ ਗ੍ਰਹਿ ਨੂੰ ਪਵਿੱਤਰ ਕੀਤਾ ਹੈ। ਸੰਗਤ ਦੇ ਚਰਨ ਮਹਾਰਾਜ ਨੇ ਗ੍ਰਹਿ ਵਿਖੇ ਪਵਾਏ ਹਨ ਤਾਂ ਗ੍ਰਹਿ ਨੂੰ ਪਵਿੱਤਰ ਕੀਤਾ ਹੈ। ਘੜੀਆਂ ਸਫਲੀਆਂ ਹੋਈਆਂ ਹਨ। ਸਾਧ ਸੰਗਤ ਜੀਓ, ਆਪ ਜੀ ਸਵੇਰੇ ਦੇ ਅੱਜ ਸਵੇਰ ਤੋਂ ਮਹਾਰਾਜ ਜੀ ਦੀ ਆਨੰਦਮਈ ਗੋਦ ਦਾ ਨਿੱਘ ਮਾਣ ਰਹੇ ਸਨ ਤਾਂ ਮਹਾਰਾਜ ਜੀ ਦੇ ਦੀਵਾਨ ਮਹਾਰਾਜ ਦੇ ਦੀਵਾਨ ਸਜ ਰਹੇ ਸਨ ਤਾਂ ਆਪ ਜੀ ਸਜੇ ਦੀਵਾਨਾਂ ਵਿੱਚ ਆਪ ਜੀ ਸੰਗਤ ਨੇ ਮਹਾਰਾਜ ਜੀ ਦੀ ਪਾਵਨ ਬਾਣੀ, ਇਲਾਹੀ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦਾ ਅੰਮ੍ਰਿਤਮਈ ਪਾਠ ਸਰਵਣ ਕੀਤਾ। ਉਪਰੰਤ ਆਪ ਜੀਆਂ ਨੇ ਮਹਾਰਾਜ ਜੀ ਦੀ ਦਰਗਾਹੀ ਇਲਾਹੀ ਗੁਰਬਾਣੀ ਜੀ ਦੇ ਕੀਰਤਨ ਮਹਾਰਾਜ ਜੀਆਂ ਦੇ ਵੱਲੋਂ ਵਰਸਾਏ, ਪ੍ਰੇਮੀ ਸੇਵਕਾਂ ਵੱਲੋਂ, ਕੀਰਤਨੀਆਂ ਵੱਲੋਂ ਆਪ ਜੀਆਂ ਨੇ ਸਰਵਣ ਕੀਤੇ। ਸਾਧ ਸੰਗਤ ਜੀ, ਹੁਣ ਇਸ ਸਮੇਂ ਕੁਝ ਸਮਾਂ ਇਹ ਸਮਾਂ ਕਥਾ ਵਾਰਤਾ ਦੇ ਲਈ ਹੋਇਆ ਹੈ ਮਰਿਆਦਾ ਅਨੁਸਾਰ। ਤਾਂ ਆਪ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਮਹਾਰਾਜ ਜੀ ਦੇ ਹਜ਼ੂਰ ਆਪ ਜੀ ਆ ਕੇ ਸਜੋ। ਜਿਹੜੀਆਂ ਸੰਗਤਾਂ ਹੇਠਾਂ ਹਨ, ਜਿਨ੍ਹਾਂ ਨੂੰ ਕੋਈ ਕੰਮ ਨਹੀਂ ਹੈ ਤੇ ਉਹ ਆ ਕੇ ਮਹਾਰਾਜ ਜੀ ਦੇ ਉਰੇ ਕਾਫੀ ਥਾਂ ਖਾਲੀ ਹੈ ਤਾਂ ਆਪ ਜੀ ਉਰੇ ਆ ਕੇ ਸਜੋ ਤੇ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਜੀ ਦੀ ਵਿਚਾਰ ਆਪਾਂ ਸਰਵਣ ਕਰੀਏ। ਗੁਰ ਪ੍ਰਸਾਦ ਏ। ਤਾਂ ਸਾਧ ਸੰਗਤ ਜੀਓ, ਤਾਂ ਮਹਾਰਾਜ ਜੀ ਦੀ ਇਲਾਹੀ ਦਰਗਾਹੀ ਪਾਵਨ ਪਵਿੱਤਰ ਪਰਮ ਪੂਜਨਿਕ ਗੁਰਬਾਣੀ ਜੀ ਦਾ ਫਰਮਾਨ ਹੈ, ਤਿਨ ਕੇ ਭਾਗ ਵੱਡੇ ਹੈ ਭਾਈ, ਜਿਨ ਸਾਧੂ ਸੰਗੇ ਮੁਖ ਜੁਰੇ। ਉਹਨਾਂ ਦੇ ਭਾਗ ਬੜੇ ਵੱਡੇ ਹਨ ਜਿਨ੍ਹਾਂ ਦੇ ਸਾਧ ਸੰਗਤ ਨਾਲ, ਜਿਨ੍ਹਾਂ ਨੂੰ ਸਾਧ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਕਬੀਰ ਏਕ ਘੜੀ ਆਦਿ ਘੜੀ ਆਦਿ ਹੂਤੇ ਆਦੇ, ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ। ਤਾਂ ਮਹਾਰਾਜ ਜੀ ਕਹਿੰਦੇ ਭਾਈ ਇੱਕ ਘੜੀ ਸੰਗਤ ਜੀ 24 ਮਿੰਟਾਂ ਦੀ ਹੁੰਦੀ ਹੈ ਤਾਂ ਭਗਤ ਜੀ ਪਰਮ ਪੂਜਨਿਕ ਬ੍ਰਹਮ ਸਰੂਪ ਭਗਤ ਕਬੀਰ ਸਾਹਿਬ ਜੀ ਆਖਦੇ ਹਨ ਕਿ ਇੱਕ ਘੜੀ ਭਾਵ 24 ਮਿੰਟ, ਅਗਰ ਉਹ ਵੀ ਨਹੀਂ ਸਮਾਂ ਤਾਂ ਆਦੀ ਘੜੀ ਅੱਧੀ ਘੜੀ ਭਾਵ 12 ਮਿੰਟਾਂ ਦੀ, ਅਗਰ ਉਹ ਵੀ ਸਮਾਂ ਨਹੀਂ ਤਾਂ ਉਸ ਤੋਂ ਵੀ ਅੱਧੀ ਲਾ ਲਓ ਭਾਵ 6 ਮਿੰਟਾਂ ਦੀ। ਤਾਂ ਮਹਾਂਪੁਰਖ ਬ੍ਰਹਮ ਸਰੂਪ ਭਗਤ ਜੀ ਭਗਤ ਕਬੀਰ ਸਾਹਿਬ ਜੀ ਫਰਮਾਨ ਕਰਦੇ ਹਨ ਕਿ ਭਾਈ ਜੇ 6 ਮਿੰਟ ਵੀ ਭਗਤਾਂ ਮਹਾਂਪੁਰਖਾਂ ਨਾਲ ਗੋਸ਼ਟੀ ਕੀਤੇ, ਭਾਵ ਮਹਾਂਪੁਰਖਾਂ ਨਾਲ ਵਿਚਾਰ ਕੀਤੀ, ਭਗਤ ਜਨਾਂ ਨਾਲ ਬੈਠੇ, ਸਤ ਸੰਗਤ ਕੀਤੀ ਤਾਂ
ਉਹਦਾ ਬੇਅੰਤ ਲਾਹਾ ਹੈ ਸਾਧ ਸੰਗਤ ਜੀਓ। ਤਾਂ ਆਪਾਂ ਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਜੋ ਆਪਾਂ ਸਾਧ ਸੰਗਤ ਵਿੱਚ ਆਉਂਦੇ ਹਾਂ ਤਾਂ ਇਹ ਆਪਾਂ ਆਪਣਾ ਸਮਾਂ ਸਫਲ ਕਰਦੇ ਹਾਂ। ਤਾਂ ਸਾਧ ਸੰਗਤ ਜੀ, ਗੁਰਪ੍ਰਸਾਦ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਜੀ ਸ੍ਰੀ ਸੁਖਮਨੀ ਸਾਹਿਬ ਜੀ ਵਿੱਚੋਂ ਜੋ ਤੀਜੀ ਅਸ਼ਟਪਦੀ ਤੋਂ ਪਹਿਲਾਂ ਜੋ ਸ਼ਲੋਕ ਆਉਂਦਾ ਹੈ ਤਾਂ ਉਹ ਆਪ ਜੀਆਂ ਨੇ ਹੁਣ ਇਸ ਸਮੇਂ ਸਰਵਣ ਕੀਤਾ ਹੈ। ਸ਼ਲੋਕ ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਟੰਡੋਲੇ, ਪੂਜਸੇ ਨਾਹੀ ਹਾਰੇ ਹਰੇ, ਨਾਨਕ ਨਾਮ ਅਮੋਲ। ਸਾਧ ਸੰਗਤ ਜੀ, ਆਪ ਜੀ ਆਪਣੀ ਬਿਰਤੀ ਸ੍ਰੀ ਅਨੰਦਪੁਰ ਸਾਹਿਬ ਲੈ ਕੇ ਜਾਈਏ ਤਾਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਦੀਵਾਨ ਸਜ ਰਿਹਾ ਹੈ। ਤਿਆਰ ਬਰ ਤਿਆਰ ਫੌਜਾਂ ਮਹਾਰਾਜ ਜੀ ਦੇ ਸਨਮੁਖ ਖੜੀਆਂ ਹਨ। ਸਿੰਘ ਨੀਲੇ ਬਾਣੇ ਸਜਾ ਕੇ ਕਿਰਪਾਨਾਂ ਮੋਢੇ ਤੇ ਰੱਖ ਕੇ ਖੜੇ ਹਨ। ਤਾਂ ਇੱਕ ਪਾਸੇ ਮਹਾਰਾਜ ਜੀ ਦੇ ਜੋ ਸੰਤ ਮਹਾਂਪੁਰਖ ਜਪੀ ਤਪੀ ਹਠੀ, ਤਾਂ ਐਸੇ ਸੂਰਬੀਰ ਜੈਨ ਮੇਲੇ ਮਾਰੇ ਪੰਜ ਸੂਰਬੀਰ ਐਸੋ ਕੌਣ ਬਲੀ ਰੇ। ਤਾਂ ਐਸੇ ਸੂਰਬੀਰ ਜੋ ਮਹਾਂਪੁਰਖ ਹਨ ਤਾਂ ਮਹਾਰਾਜ ਜੀ ਦੇ ਇੱਕ ਪਾਸੇ ਬੈਠ ਕਰ ਨਾਮ ਜਪ ਰਹੇ ਹਨ। ਤਾਂ ਸਾਧ ਸੰਗਤ ਜੀ, ਮਹਾਰਾਜ ਜੀ ਦਾ ਦੀਵਾਨ ਸਜਿਆ ਹੈ। ਤਾਂ ਸਵੇਰ ਦਾ ਸਮਾਂ ਹੈ ਸੰਗਤ ਜੀਓ। ਮਹਾਰਾਜ ਜੀ ਦੇ ਦੀਵਾਨ ਦੇ ਵਿੱਚ ਕਵੀ ਦਰਬਾਰ ਦਾ ਸਮਾਂ ਹੋਇਆ ਹੈ। ਤਾਂ ਬੇਅੰਤ ਕਵੀ ਮਹਾਰਾਜ ਜੀ ਦੇ ਦੀਵਾਨ ਵਿੱਚ ਬੈਠੇ ਹਨ। ਸੰਗਤ ਜੀ, ਮਹਾਰਾਜ ਜੀ ਨੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪਣੇ ਕਵੀਆਂ ਵਾਸਤੇ ਇੱਕ ਖਾਸ ਜਗ੍ਹਾ ਨਿਯੁਕਤ ਕੀਤੀ ਹੁੰਦੀ ਸੀ, ਜਿੱਥੇ ਸਿਰਫ ਕਵੀਆਂ ਨੂੰ ਬੈਠਣ ਦਾ ਅਧਿਕਾਰ ਸੀ। ਤਾਂ ਉੱਥੇ ਕਵੀ ਸਜੇ ਹੋਏ ਸਨ। ਤਾਂ ਜਿਵੇਂ ਇਤਿਹਾਸ ਵਿੱਚ ਆਉਂਦਾ ਹੈ ਕਿ ਮਹਾਰਾਜ ਜੀ 52 ਕਵੀ ਹਮੇਸ਼ਾ ਆਪਣੇ ਨਾਲ ਰੱਖਦੇ ਸਨ। ਤਾਂ ਮਹਾਰਾਜ ਜੀ ਦੇ ਹਜੂਰ ਹਮੇਸ਼ਾ 52 ਕਵੀ ਮਹਾਰਾਜ ਜੀ ਦੇ ਨਾਲ ਰਹਿੰਦੇ ਸਨ। ਵੈਸੇ ਤਾਂ ਹੋਰ ਵੀ ਆਉਂਦਾ ਹੈ, ਬੇਅੰਤ ਸਨ ਤੇ ਸਾਰੇ ਚੋਟੀ ਦੇ ਕਵੀ, ਤੇ ਜਿਨ੍ਹਾਂ ਦੇ ਸਾਹਮਣੇ ਬੋਲਣ ਦੀ ਵੀ ਹਿੰਮਤ ਨਹੀਂ ਹੁੰਦੀ ਤੇ ਕਵਿਤਾ ਦਾ ਕੀ ਸੁਣਾਉਣੀ ਹੈ। ਤਾਂ ਐਸੇ ਕਵੀ ਵਿਦਵਾਨ ਜਨ ਤੇ ਉੱਪਰੋਂ ਮਹਾਰਾਜ ਜੀ ਦੇ ਰੋਜ਼ ਦਰਸ਼ਨ ਦਿਦਾਰੇ ਕਰਨੇ, ਮਹਾਰਾਜ ਜੀ ਦਾ ਮਹਾਂਪ੍ਰਤਾਪ ਆਪ ਜਰਨਾ। ਤਾਂ ਐਸੇ ਕਵੀ ਜਦੋਂ ਸਜੇ ਹੋਏ ਸਨ ਸੰਗਤ ਜੀ, ਤਾਂ ਇੱਕ ਆ ਕੇ ਕਵੀ ਉਹਨਾਂ ਦੇ ਵਿੱਚ ਸਜ ਜਾਂਦਾ ਤੇ ਆ ਕੇ ਬੈਠ ਜਾਂਦਾ। ਤੇ ਹੁਣ 52 ਕਵੀਆਂ ਦੀ ਜਗ੍ਹਾ ਸੀ ਤੇ ਇੱਕ ਨਵਾਂ ਕਵੀ ਆ ਕੇ ਬੈਠ ਗਿਆ। ਤਾਂ ਬਾਕੀ ਸਾਰੇ ਕਵੀ ਦੇਖਣ ਲੱਗ ਗਏ ਕਿ ਭਾਈ ਇਹ ਕੌਣ ਆ ਗਿਆ, ਕਿ ਦੇਖਣ ਨੂੰ ਤਾਂ ਇਹ ਸਿੱਧਾ ਜਿਹਾ ਹੀ ਲੱਗਦਾ ਹੈ ਤੇ ਇਹਨੇ ਸਾਧਾਰਨ ਜਿਹੇ ਕੱਪੜੇ ਪਾਏ ਹੋਏ ਹਨ, ਪਰ ਇਹ ਹੁਣ ਕਵੀਆਂ ਦੇ ਵਿੱਚ ਆ ਕੇ ਬੈਠ ਗਿਆ ਤੇ ਦੇਖਣ ਨੂੰ ਕਵੀ ਤਾਂ ਨਹੀਂ ਲੱਗਦਾ। ਤੇ ਪਰ ਜਿਵੇਂ ਸੰਗਤ ਜੀ, ਆਪਾਂ ਸਾਰਿਆਂ ਨੂੰ ਪਤਾ ਹੀ ਹੈ, ਜੋ ਮਹਾਂਪੁਰਖ ਗੁਣੀ ਪੁਰਖ ਹੁੰਦੇ ਹਨ ਤੇ ਉਹ ਸਾਧਾਰਨ ਹੀ ਰਹਿੰਦੇ ਹਨ ਤੇ ਉਹਨਾਂ ਨੂੰ ਕਿਉਂਕਿ ਬਹੁਤਾ ਦਿਖਾਵੇ 'ਚ ਉਹ ਯਕੀਨ ਨਹੀਂ ਰੱਖਦੇ। ਤਾਂ ਜਦੋਂ ਇਹਨਾਂ ਨੇ ਸੋਚਿਆ ਕਵੀਆਂ ਨੇ ਕਿ ਭਾਈ ਇਹ ਕੋਈ ਵੱਡਾ ਹੀ ਵਿਦਵਾਨ ਜਨ ਲੱਗਦਾ ਹੈ ਵੀ ਜਿਹਨੂੰ ਕੱਪੜੇ ਪਾਉਣ ਦੀ ਵੀ ਸੁੱਧ ਬੁੱਧ ਨਹੀਂ, ਤਾਂ ਉਹਨਾਂ ਨੇ ਇਹ ਵਿਚਾਰ ਮਨ ਵਿੱਚ ਕੀਤਾ। ਪਰ ਸੰਗਤ ਜੀ, ਜੋ ਪ੍ਰੇਮੀ, ਜੋ ਮਹਾਰਾਜ ਜੀ ਦਾ ਪਿਆਰਾ ਉੱਥੇ ਬੈਠਾ ਹੈ, ਤਾਂ ਆਪਾਂ ਉਹਦੇ ਬਾਰੇ ਥੋੜਾ ਜਿਹਾ ਸੁਣੀਏ ਵੀ ਉਹ ਪ੍ਰੇਮੀ ਜਨ ਬੇਅੰਤ ਹੀ ਗਰੀਬ ਸੀ ਤੇ ਘਰੇ ਇੱਕ ਡੰਗ ਦੀ ਰੋਟੀ ਵੀ ਨਹੀਂ ਸੀ ਪੱਕਦੀ ਤੇ ਪ੍ਰਸ਼ਾਦਾ ਛਕਣਾ 2-3 ਦਿਨਾਂ ਬਾਅਦ ਪ੍ਰਸ਼ਾਦਾ ਨਸੀਬ ਹੋਣਾ। ਤੇ ਰਹਿੰਦਾ ਸ੍ਰੀ ਅਨੰਦਪੁਰ ਸਾਹਿਬ ਸੀ ਤੇ ਪਰ ਕਦੇ ਉਸਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਨਹੀਂ ਸਨ ਕੀਤੇ। ਤੇ ਪਰ ਸੁਣਿਆ ਜ਼ਰੂਰ ਸੀ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਢਾਲਾਂ ਭਰ ਕੇ ਆਪਣੇ ਕਵੀਆਂ ਨੂੰ, ਆਪਣੇ ਦਰਬਾਰ 'ਚ ਕੀਰਤਨ ਕਰਨ ਵਾਲਿਆਂ ਨੂੰ, ਵਿਦਵਾਨ ਜਨਾਂ ਨੂੰ ਮਹਾਰਾਜ ਢਾਲਾਂ ਭਰ ਕੇ ਸੋਨੇ ਦੀਆਂ ਮੋਹਰਾਂ ਦਿੰਦੇ ਹਨ। ਤੇ ਐਸੇ ਚੋਜੀ ਪ੍ਰੀਤਮ ਦੀਨ ਦਿਆਲ ਸਤਿਗੁਰੂ ਜੀ, ਤੇ ਜੇ ਕਿਸੇ ਦੀ ਕਵਿਤਾ ਪਸੰਦ ਆ ਜਾਵੇ ਤਾਂ ਮਹਾਰਾਜ ਹਾਥੀ ਵੀ ਦਾਨ ਕਰ ਦਿੰਦੇ ਤੇ ਮਹਾਰਾਜ ਤੋਹਫੇ ਵਜੋਂ ਹਾਥੀ ਦੇ ਦਿੰਦੇ ਤੇ ਘੋੜੇ ਦੇ ਦਿੰਦੇ, ਇੱਥੇ ਤੱਕ ਕਿ ਫੌਜਾਂ ਵੀ ਦੇ ਦਿੰਦੇ ਵੀ ਭਾਈ ਕਵੀਆ ਹੁਣ ਤੂੰ ਫੌਜਾਂ ਨਾਲ ਰੱਖਣੀਆਂ ਹਨ, ਫੌਜਾਂ ਗੁਰਪ੍ਰਸਾਦ। ਤਾਂ ਸਾਧ ਸੰਗਤ ਜੀਓ, ਜਦੋਂ ਉਹ ਕਵੀ ਬੇਅੰਤ ਗਰੀਬ ਤੇ ਉਸਦਾ ਪਰਿਵਾਰ ਤੇ ਦੂਆ ਤੀਆ ਦਿਨ ਰੋਟੀ ਪੱਕਣੀ ਘਰੇ ਤੇ ਬੇਅੰਤ ਮਾੜੇ ਹਾਲ, ਤੇ ਉਹਨਾਂ ਦੇ ਜੋ ਸੁਪਤਨੀ ਸਨ ਤਾਂ ਉਹ ਕਹਿੰਦੇ ਵੀ ਭਾਈ ਕੋਈ ਕੰਮ ਕੁਮ ਕਰ ਲਾ ਤੂੰ
ਤੇ ਵੀ ਤਾਂ ਹੁਣ ਘਰ ਦਾ ਗੁਜ਼ਾਰਾ ਚੱਲ ਪਵੇ, ਕਿਉਂਕਿ ਘਰੇ ਰੋਟੀ ਨਹੀਂ ਪੱਕਦੀ, ਬੱਚੇ ਰੋਂਦੇ ਹਨ, ਬੱਚਿਆਂ ਦੇ ਤਨ ਤੇ ਕੱਪੜਾ ਨਹੀਂ, ਪੈਰਾਂ 'ਚ ਪਾਉਣ ਨੂੰ ਕੋਈ ਜੁੱਤੀ ਚੱਪਲ ਨਹੀਂ। ਤਾਂ ਉਹ ਬੰਦਾ ਜੋ ਕਵੀ, ਜੋ ਪ੍ਰੇਮੀ ਆ ਕੇ ਮਹਾਰਾਜ ਜੀ ਦੇ ਕਵੀਆਂ ਦੇ ਵਿੱਚ ਬੈਠਾ ਤੇ ਉਹ ਕਹਿੰਦਾ ਕਿ ਭਾਗਵਾਨੇ ਕਿ ਮੈਂ ਕੀ ਕਰਾਂ, ਕੰਮ ਨਹੀਂ ਮਿਲਦਾ, ਤੇ ਲੱਗਦਾ ਹੈ ਕਿਸਮਤ ਦਾ ਹੀ ਵੈਰ ਹੈ ਦਾਸਨ ਦਾਸ ਨਾਲ। ਤੇ ਪਰ ਚਲੋ ਉਹ ਇਸ ਤਰੀਕੇ ਨਾਲ ਆਪਣਾ ਜ਼ਿੰਦਗੀ ਬਤੀਤ ਕਰਦੇ। ਇੱਕ ਦਿਨ ਉਸ ਪ੍ਰੇਮੀ ਨੂੰ ਕਿਤੋਂ ਉੜਦੀ ਖਬਰ ਆ ਗਈ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਕਵੀਆਂ ਨੂੰ ਇੰਨਾ ਮਾਣ ਸਤਿਕਾਰ ਬਖਸ਼ਦੇ ਹਨ। ਤਾਂ ਇਸ ਨੂੰ ਪਤਾ ਲੱਗ ਗਿਆ। ਤੇ ਪਰ ਹੁਣ ਕਵਿਤਾ ਤਾਂ ਕੀ ਸੰਗਤ ਜੀ ਸੁਣਾਉਣੀ, ਕਦੇ ਕਿਤਾਬ ਹੀ ਖੋਲ ਕੇ ਨਹੀਂ ਦੇਖੀ, ਕਦੇ ਕੁਛ ਕਵਿਤਾ ਤਾਂ ਕੀ ਸੁਣਾਉਣੀ, ਕਦੇ ਕੁਛ ਪੜ੍ਹਿਆ ਹੋਵੇ ਤਾਂ ਕਵਿਤਾ ਸੁਣਾਵੇ, ਤੇ ਜਾਂ ਕਦੇ ਕਵੀਆਂ ਕੋਲ ਬੈਠਾ ਹੋਵੇ ਤਾਂ ਚਲੋ ਕੁਛ ਤੁਕਬੰਦੀ ਜੁੜ ਜਾਂਦੀ ਹੈ। ਤੇ ਇਹ ਸੋਚੇ ਵੀ ਕੀ ਕਰਿਆ ਜਾਵੇ। ਤਾਂ ਇਸਨੇ ਸੋਚਿਆ ਵੀ ਚਲੋ ਵੀ ਮਹਾਰਾਜ ਐਨੇ ਚੋਜੀ ਪ੍ਰੀਤਮ, ਐਨੇ ਦੀਨ ਦਿਆਲ ਸਤਿਗੁਰੂ ਹਨ ਵੀ ਇੱਕ ਦੋ ਅਗਰ ਕੋਈ ਤੁਕਾਂ ਸੁਣਾਤੀਆਂ ਤਾਂ ਮਹਾਰਾਜ ਹੱਸ ਕੇ ਟੁੱਟ ਕੇ ਮਹਾਰਾਜ ਜੀ ਨੇ ਖੁਸ਼ ਹੋ ਕੇ ਕਿਤੇ ਦਾਸ ਨੂੰ 2 ਮੋਹਰਾਂ ਵੀ ਦੇ ਦਿੱਤੀਆਂ ਤਾਂ ਦਾਸ ਦਾ 10-15 ਦਿਨ ਦਾ ਤਾਂ ਕੰਮ ਚੱਲ ਜੂਗਾ। ਤੇ ਇਸਨੇ ਇਸ ਤਰ੍ਹਾਂ ਵਿਚਾਰ ਕੀਤਾ ਤੇ ਆਪਣੀ ਸੁਪਤਨੀ ਨਾਲ ਵਿਚਾਰ ਕੀਤਾ ਕਿ ਭਗਵਾਨੇ ਤੂੰ ਫਿਕਰ ਨਾ ਕਰ, ਹੁਣ ਦਾਸਨ ਦਾਸ ਜਾਵੇਗਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਬਾਰ ਵਿੱਚ, ਉਹਨਾਂ ਨੂੰ ਕਵਿਤਾ ਸੁਣਾਵੇਗਾ ਤੇ ਉਹ ਮਹਾਰਾਜ ਸਾਨੂੰ ਫਿਰ ਧਨ ਦੇਣਗੇ, ਫਿਰ ਆਪਣਾ ਵਧੀਆ ਗੁਜ਼ਾਰਾ ਚੱਲਿਆ ਕਰੂਗਾ। ਤੇ ਪਰ ਹੁਣ ਸੰਗਤ ਜੀ ਕਵਿਤਾ ਸੁਣਾ ਕੇ ਹੀ ਹੁੰਦੀ ਹੈ, ਕਵਿਤਾ ਇੰਜ ਤਾਂ ਨਹੀਂ ਫੁਰ ਜਾਂਦੀ। ਪਰ ਇਸੇ ਪ੍ਰਕਾਰ ਉਸਦੀ ਪਤਨੀ ਨੇ ਕਿਹਾ ਕਿ ਭਾਈ ਕਿਤੇ ਹੋਰ ਨਾ ਕੁਝ ਸਹੇੜ ਲਈ, ਕਿਤੇ ਮਹਾਰਾਜ ਜੀ ਦੀ ਨਾਰਾਜ਼ਗੀ ਨਾ ਸਹੇੜ ਲਈ, ਬਈ ਐਨੇ ਵਿਦਵਾਨ ਕਵੀ ਹਨ ਤੇ ਤੈਨੂੰ ਕੁਝ ਗਾਉਣਾ ਵਜਾਉਣਾ ਜਾਂ ਤੈਨੂੰ ਕੁਝ ਸੁਣਾਉਣਾ ਨਹੀਂ ਆਉਂਦਾ ਤੇ ਤੂੰ ਆ ਕੇ ਇਹਨਾਂ ਦੇ ਵਿੱਚ ਬੈਠ ਗਿਆ। ਪਰ ਕਹਿੰਦਾ ਨਹੀਂ, ਕਹਿੰਦਾ ਭਗਵਾਨੇ ਵੀ ਉਦਾਂ ਵੀ ਤਾਂ ਆਪਾਂ ਨੇ ਮਰਨਾ ਹੀ ਹੈ ਭੁੱਖਿਆਂ ਨੇ, ਵੀ ਚਲੋ ਮਹਾਰਾਜ ਜੀ ਦੇ ਦਰਬਾਰ 'ਚ ਇੱਕ ਆਸ ਤਾਂ ਹੈ। ਚਲੋ ਸੰਗਤ ਜੀ ਬਹੁਤੀ ਵਿਸਥਾਰ ਨਾ ਕਰੀਏ, ਤਾਂ ਉਹ ਕੱਛਾ ਮਾਰਦਾ ਪੁੱਜ ਗਿਆ ਜੀ ਮਹਾਰਾਜ ਜੀ ਦੇ ਦਰਬਾਰ 'ਚ ਤੇ ਜਾ ਕੇ ਕਵੀਆਂ ਦੇ ਵਿੱਚ ਬੈਠ ਗਿਆ। ਹੁਣ ਸੰਗਤ ਜੀ ਸਮਾਂ ਹੋਇਆ ਸੀ ਕਵੀ ਦਰਬਾਰ ਦਾ। ਮਹਾਰਾਜ ਜੀ ਕਲਗੀ ਸਜਾ ਕਰ, ਚੱਕਰ ਦਮਾਲਾ ਝੁਲਾ ਕੇ, ਪਾਤਸ਼ਾਹ ਜੀ ਸੋਹਣੀ ਪੁਸ਼ਾਕੇ ਪਾ ਕੇ, ਸ਼ਾਸਤਰ ਬਸਤਰਾਂ ਨਾਲ ਲੈਸ, ਹੱਥ 'ਚ ਤੀਰ ਫੜਿਆ ਮਹਾਰਾਜ ਜੀ ਦੇ, ਇੱਕ ਹੱਥ 'ਚ ਬਾਜ, ਤੇ ਮਹਾਰਾਜ ਜੀ ਆ ਰਹੇ ਹਨ ਤੇ ਜਕਾਰਿਆਂ ਨਾਲ ਪੰਡਾਲ ਗੂੰਜ ਗਿਆ। ਪਾਤਸ਼ਾਹ ਜੀ ਆ ਕੇ ਸਿੰਘਾਸਣ ਤੇ ਬਿਰਾਜਮਾਨ ਹੋਏ ਤੇ ਦਗਦਗ ਕਰਦਾ ਲਾਲ ਚਿਹਰਾ ਮਹਾਰਾਜ ਜੀ ਦਾ ਸੰਗਤਾਂ ਦਰਸ਼ਨ ਕਰ ਰਹੀਆਂ ਹਨ। ਤਾਂ ਭਾਈ ਸਾਹਿਬ ਪਿਆਰੇ ਭਾਈ ਦਇਆ ਸਿੰਘ ਸਾਹਿਬ ਜੀ ਨੇ ਮਹਾਰਾਜ ਅੱਗੇ ਹੱਥ ਜੋੜ ਕਰ ਨਮਸਕਾਰ ਕਰਕੇ ਮਹਾਰਾਜ ਜੀ ਨੂੰ ਬੇਨਤੀ ਕੀਤੀ, ਮਹਾਰਾਜ ਜੀਓ ਸਮਾਂ ਕਵੀ ਦਰਬਾਰ ਦਾ ਹੋਇਆ ਹੈ, ਆਪ ਜੀ ਹੁਕਮ ਕਰੋ ਤੇ ਕਵਿਤਾਵਾਂ ਸੁਣਨੀਆਂ ਸ਼ੁਰੂ ਕੀਤੀਆਂ ਜਾਣ। ਤਾਂ ਮਹਾਰਾਜ ਜੀ ਨੇ ਜਦੋਂ ਨਿਗਾਹ ਚੱਕ ਕੇ ਸੰਗਤ ਦੇ ਪਰ ਪਾਈ ਤਾਂ ਬ੍ਰਹਮ ਗਿਆਨੀ ਕੀ ਦ੍ਰਿਸ਼ਟੇ ਅੰਮ੍ਰਿਤ ਬਰਸੀ। ਤਾਂ ਸੰਗਤਾਂ ਦੇ ਤਾਂ ਫਿਰ ਦੁੱਖ ਦਰਦ ਦੂਰ ਹੋਣੇ ਹੀ ਸਨ ਸੰਗਤ ਜੀ। ਤਾਂ ਮਹਾਰਾਜ ਜੀ ਨੇ ਜਦੋਂ ਦ੍ਰਿਸ਼ਟੀ ਪਾਈ, ਬੇਅੰਤ ਰੋਗੀਆਂ ਦੇ ਰੋਗ ਖੰਡ ਦਿੱਤੇ ਤੇ ਬੇਅੰਤ ਗਰੀਬਾਂ ਨੂੰ ਦੀਨਾਂ ਨੂੰ ਮਹਾਰਾਜ ਜੀ ਨੇ ਰਾਜ ਬਖਸ਼ ਦਿੱਤੇ। ਤਾਂ ਸੰਗਤ ਜੀ ਗੁਰਪ੍ਰਸਾਦ ਜਦੋਂ ਮਹਾਰਾਜ ਜੀ ਕਹਿੰਦੇ ਹਾਂਜੀ ਆਰੰਭ ਕੀਤਾ ਜਾਵੇ ਜੀ, ਤੇ ਭਾਈ ਨੰਦ ਲਾਲ ਜੀ ਸਭ ਤੋਂ ਪ੍ਰਮੁੱਖ ਕਵੀ ਸਨ ਜੀ, ਭਾਈ ਨੰਦ ਲਾਲ ਸਿੰਘ ਜੀ, ਜਿਨ੍ਹਾਂ ਦੀ ਆਪਾਂ ਸ਼ੇਰ ਵੀ ਸੁਣਦੇ ਆ, ਆਪਾਂ ਗਜ਼ਲਾਂ ਵੀ ਸੁਣਦੇ ਆ। ਤਾਂ ਜਿਨ੍ਹਾਂ ਨੇ ਲਿਖਿਆ ਹੈ ਸੰਗਤ ਜੀਓ, ਰੂਹ ਹਰ ਦਰ ਜਿਸਮ ਗੁਰੂ ਗੋਬਿੰਦ ਸਿੰਘ, ਨੂਰ ਹਰ ਦਰ ਚਸ਼ਮ ਗੁਰੂ ਗੋਬਿੰਦ ਸਿੰਘ। ਤਾਂ ਐਸੇ ਵੱਡੇ ਵਿਦਵਾਨ ਮਹਾਪੁਰਖ ਗੁਣੀ ਜਨ ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਜੀ, ਤਾਂ ਆਪ ਜੀ ਨੇ ਹੱਥ ਜੋੜ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਨਮੁਖ ਖੜ ਕੇ ਬੇਨਤੀ ਕੀਤੀ, ਮਹਾਰਾਜ ਜੀਓ ਹੁਕਮ ਕਰੋ ਵੀ ਕਿਹੜੇ ਕਵੀ ਤੋਂ ਆਪ ਜੀ ਪਹਿਲਾਂ ਕਵਿਤਾ ਸੁਣਨੀ ਚਾਹੋਗੇ। ਤਾਂ ਮਹਾਰਾਜ ਜੀ ਨੇ ਫੇਰ ਕਵੀਆਂ ਤੇ ਨਿਗਾਹ ਮਾਰੀ ਤੇ ਬਾਰ-ਬਾਰ ਮਹਾਰਾਜ ਜੀ ਦੀ ਨਿਗਾਹ ਉਹ ਪ੍ਰੇਮੀ ਤੇ ਟਿਕ ਜਾਵੇ ਜਿਹੜਾ ਪ੍ਰੇਮੀ ਸਾਧਾਰਨ ਕੱਪੜਿਆਂ ਵਿੱਚ ਬੈਠਾ ਸੀ। ਤੇ ਮਹਾਰਾਜ ਜੀ ਕਹਿੰਦੇ ਵੀ ਭਾਈ ਪ੍ਰੇਮੀਆਂ ਗੁਰਮੁਖਾ ਤੂੰ ਖੜਾ ਹੋ ਤੇ ਕਵਿਤਾ ਸੁਣਾ। ਤਾਂ ਸਾਰੇ ਜਣੇ ਹੈਰਾਨ ਹੋ ਗਏ ਕਿ ਇਹ ਤਾਂ ਸੱਚੀਓ ਕੋਈ ਵੱਡਾ ਕਵੀ ਹੈ ਜਿਸ ਨੂੰ ਮਹਾਰਾਜ ਨੇ ਪਹਿਲਾਂ ਖੜਾ ਕੀਤਾ ਤੇ ਕਵਿਤਾ ਸੁਣੀ। ਤਾਂ
ਫਿਰ ਜਦੋਂ ਖੜੇ ਹੋਏ ਉਹ ਪ੍ਰੇਮੀ ਜਨ ਤੇ ਮਹਾਰਾਜ ਵੱਲ ਦੇਖੀ ਜਾਵੇ। ਹੁਣ ਸੰਗਤ ਜੀ ਮਹਾਰਾਜ ਵੱਲੋਂ ਦੇਖਣਾ ਅਗਰ ਛੱਡੇ ਤਾਂ ਕਵਿਤਾ ਸੁਣਾਵੇ। ਮਹਾਰਾਜ ਜੀ ਉਹ ਤੇ ਮਹਾਰਾਜ ਜੀ ਨੂੰ ਦੇਖੀ ਜਾਵੇ, ਸੰਗਤ ਜੀ ਦੇਖੀ ਜਾਵੇ। ਹੁਣ ਭੁੱਖੇ ਨਾ ਉਤਰੇ ਤੇ ਮਹਾਰਾਜ ਦੇ ਚਿਹਰੇ ਤੋਂ ਨਿਗਾਹ ਨਾ ਹਟੇ। ਬੋਲੇ ਸੋ ਨਿਹਾਲ। ਤਾਂ ਸੰਗਤ ਜੀ ਮਹਾਰਾਜ ਜੀ ਦੇ ਚਿਹਰੇ ਤੋਂ ਨਿਗਾਹ ਨਾ ਹਟੇ ਤੇ ਕੁਛ ਮੁਖੋਂ ਬੋਲਿਆ ਨਾ ਜਾਵੇ। ਤਾਂ ਪਰ ਚਲੋ ਮਹਾਰਾਜ ਜੀ ਨੇ ਕਿਹਾ ਪ੍ਰੇਮੀ ਕਵਿਤਾ ਸੁਣਾ। ਤਾਂ ਅੱਗੇ ਪ੍ਰੇਮੀ ਕਵੇ ਮਹਾਰਾਜ ਜੀ ਸੱਚ ਦੱਸੇ ਤਾਂ ਦਾਸਨ ਦਾਸ ਕਵੀ ਨਹੀਂ ਹੈ। ਤਾਂ ਦਾਸਨ ਦਾਸ ਨੂੰ ਕਵਿਤਾ ਨਹੀਂ ਆਉਂਦੀ। ਤਾਂ ਮਹਾਰਾਜ ਕਹਿੰਦੇ ਵੀ ਮਹਾਰਾਜ ਕਹਿੰਦੇ ਵੀ ਭਾਈ ਜੀ ਤੁਸੀਂ ਕਵੀਆਂ ਵਿੱਚ ਕਿਉਂ ਬੈਠੇ ਹੋ? ਕਹਿੰਦੇ ਮਹਾਰਾਜ ਜੀ ਕਵਿਤਾ ਸੁਣਾਉਣੀ ਹੈ। ਕਵਿਤਾ ਨਹੀਂ ਆਉਂਦੀ ਪਰ ਕਵਿਤਾ ਸੁਣਾਉਣੀ ਹੈ। ਤੇ ਮਹਾਰਾਜ ਜੀ ਕਹਿੰਦੇ ਵੀ ਇਹ ਤਾਂ ਨਵਾਂ ਅਨੋਖੀ ਗੱਲ ਸੁਣੀ ਅੱਜ ਕਿ ਕਵਿਤਾ ਆਉਂਦੀ ਨਹੀਂ ਪਰ ਕਵਿਤਾ ਸੁਣਾਉਣੀ ਹੈ। ਤੇ ਚਲੋ ਮਹਾਰਾਜ ਜੀ ਕਹਿੰਦੇ ਹਾਂਜੀ ਭਾਈ ਆਰੰਭ ਕਰੋ। ਤਾਂ ਬੜਾ ਮੁਸ਼ਕਲ ਨਾਲ ਮਹਾਰਾਜ ਜੀ ਦੇ ਚਿਹਰੇ ਤੋਂ ਨਿਗਾਹ ਹਟਾਈ ਤੇ ਧਿਆਨ ਅੰਦਰ ਕੀਤਾ ਤੇ ਕਵਿਤਾ ਕੀ ਬੋਲੀ ਸੰਗਤ ਜੀ? ਬੋਲਿਆ ਤੂੰ ਗਰੀਬ ਕੋ ਨਿਵਾਜ। ਮਹਾਰਾਜ ਜੀ ਨੂੰ ਕਿਹਾ ਮਹਾਰਾਜ ਜੀ ਤੁਸੀਂ ਗਰੀਬਾਂ ਨੂੰ ਨਿਵਾਜਣ ਵਾਲੇ ਹੋ। ਤੇ ਐਨੀ ਬੋਲੀ ਸ਼ਬਦ ਬੋਲਿਆ ਤੇ ਨਿਗਾਹ ਫੇਰ ਮਹਾਰਾਜ ਦੇ ਚਿਹਰੇ ਤੇ ਟੇਕੀ, ਫੇਰ ਨਾ ਬੋਲਿਆ ਜਾਵੇ ਕੁਛ। ਮਹਾਰਾਜ ਕਹਿੰਦੇ ਭਾਈ ਅੱਗੇ ਬੋਲੋ। ਤੇ ਫੇਰ ਅੰਦਰ ਧਿਆਨ ਕੀਤਾ, ਕਹਿੰਦੇ ਮਹਾਰਾਜ ਜੀ ਤੂੰ ਗਰੀਬ ਕੋ ਨਿਵਾਜ ਮੈਂ ਗਰੀਬ ਤੇਰੇ। ਮਹਾਰਾਜ ਜੀ ਤੁਸੀਂ ਗਰੀਬਾਂ ਨੂੰ ਨਿਵਾਜਣ ਵਾਲੇ ਹੋ ਤੇ ਮੈਂ ਆਪ ਜੀ ਦੇ ਅੱਗੇ ਗਰੀਬ ਖੜਾ ਹਾਂ। ਤਾਂ ਵੀ ਇਹੀ ਵਾਰਤਾ ਆਪ ਜੀ ਦੀ ਤੇ ਦਾਸਨ ਦਾਸ ਦੀ ਹੈ ਵੀ ਆਪ ਜੀ ਗਰੀਬਾਂ ਨੂੰ ਨਿਵਾਜਣ ਵਾਲੇ ਹੋ, ਦਾਸਨ ਦਾਸ ਆਪ ਜੀ ਦੇ ਦਰਬਾਰ 'ਚ ਗਰੀਬ ਆਇਆ ਹੈ। ਤੇ ਮਹਾਰਾਜ ਕਹਿੰਦੇ ਠੀਕ ਹੈ ਜੀ। ਅੱਗੇ ਪ੍ਰੇਮੀਆਂ ਕਹਿੰਦੇ ਮਹਾਰਾਜ ਜੀ एक बार बस इतना कह दो कि तू गरीब मेरे। कि महाराज जी गल तां ਇਹ है कि आप जी गरीबां ਨੂੰ ਨਿਵਾਜਣ ਵਾਲੇ ਹੋ। ਦਾਸਨ ਦਾਸ ਆਪ ਜੀ ਦੇ ਦਰ ਤੇ ਗਰੀਬ ਖੜਾ ਹੈ। ਪਰ ਮਹਾਰਾਜ ਜੀ ਦਾਸਨ ਦਾਸ ਦੀ ਉਦਣ ਮੁੱਲ ਪਵੇਗਾ, ਉਸ ਦਿਨ ਮੁੱਲ ਪਵੇਗਾ ਜਿਸ ਦਿਨ ਤੁਸੀਂ ਕਹਿ ਦੋ ਕਿ ਇਹ ਗਰੀਬ ਮੇਰਾ ਹੈ। ਹੁਣ ਆਪਾਂ ਸੰਗਤ ਜੀ ਸਾਰੇ ਕਹਿੰਦੇ ਤਾਂ ਹਾਂ ਕਿ ਅਸੀਂ ਮਹਾਰਾਜ ਜੀ ਦੇ ਸਿੱਖ ਹਾਂ, ਮਹਾਰਾਜ ਜੀ ਨੂੰ ਪੂਜਦੇ ਹਾਂ। ਪਰ ਸੰਗਤ ਜੀ ਸਵਾਦ ਤਾਂ ਉਦੋਂ ਹੈ ਜਦੋਂ ਮਹਾਰਾਜ ਕਹਦੇ ਵੀ ਇਹ ਮੇਰਾ ਸਿੱਖ ਹੈ, ਇਹ ਮੇਰਾ ਪ੍ਰੇਮੀ ਹੈ। ਤਾਂ ਮਹਾਰਾਜ ਜੀ ਨੇ ਜਦੋਂ ਇਹ ਸੁਣਿਆ, ਮਹਾਰਾਜ ਜੀ ਨੇ ਨੇੜੇ ਬੁਲਾਇਆ, ਗੱਲ ਵਕੜੀ ਪਾਈ ਤੇ ਬਿਆੰਤ ਮਹਾਰਾਜ ਜੀ ਸੋਨੇ ਦੀਆਂ ਢਾਲਾਂ, ਸੋਨੇ ਦੇ ਮੋਹਰਾਂ ਦੀਆਂ ਭਰੀਆਂ ਭਰੀਆਂ ਢਾਲਾਂ ਝੋਲੀ ਪਾਤੀਆਂ। ਤੇ ਸੰਗਤ ਜੀ ਗਰੀਬੀ ਤਾਂ ਕਿੱਥੇ ਰਹਿ ਗਈ। ਤੇ ਪਰ ਹੁਣ ਪ੍ਰੇਮੀ ਆਖੇ ਕਿ ਮਹਾਰਾਜ ਜੀ ਵੀ ਹੁਣ ਸੋਨੇ ਦੀ ਢਾਲਾਂ ਨਹੀਂ ਲੈਣੀਆਂ, ਹੁਣ ਮੋਹਰਾਂ ਨਹੀਂ ਲੈਣੀਆਂ। ਹੁਣ ਮਹਾਰਾਜ ਜੀ ਜੇ ਦਾਸਨ ਦਾਸ ਨੂੰ ਪਹਿਲਾਂ ਪਤਾ ਹੁੰਦਾ ਕਿ ਆਪ ਜੀ ਦੇ ਦਰਸ਼ਨ ਦੇਖਤ ਲਹਿਣ ਵਿਜੋਗਾ ਜੀਓ, ਵੀ ਮਹਾਰਾਜ ਜੀ ਆਪ ਜੀ ਦੇ ਦਰਸ਼ਨ ਦੇਖ ਕੇ ਵੀ ਮੇਰੇ ਤਾਂ ਦੁੱਖੇ ਦੂਰ ਹੋ ਗਏ, ਸਭੇ ਇੱਛਾ ਪੂਰੀਆਂ, ਵੀ ਸਾਰੀਆਂ ਇੱਛਾ ਪੂਰੀਆਂ ਹੀ ਹੋ ਗਈਆਂ ਮਹਾਰਾਜ ਜੀ, ਖਤਮੇ ਹੋ ਗਈਆਂ। ਤੇ ਹੁਣ ਮਹਾਰਾਜ ਜੀ ਸੋਨਾ ਦੇ ਕੇ ਆਪ ਜੀ ਜਿਹੜਾ ਆਪ ਜੀ ਦੇ ਦਰਸ਼ਨਾਂ ਦਾ ਆਨੰਦ ਹੈ ਨਾ ਉਹ ਛੋਟਾ ਨਾ ਕਰੋ। ਆਪ ਜੀ ਕਿਰਪਾ ਕਰੋ ਮਹਾਰਾਜ, ਆਹੀ ਦਰਸ਼ਨ ਦੀਦਾਰ ਦਾਸਨ ਦਾਸ ਨੂੰ ਅੰਦਰ ਬਾਹਰ ਹੋਣ, ਐਸੀ ਕਿਰਪਾ ਕਰੋ ਮਹਾਰਾਜ ਜੀਓ। ਇਹਾਂ ਸੋਖੋ ਲੋਕ ਸੁਖੀਏ ਪਰ ਲੋਕ ਸੁਹੇਲੇ ਕਰੋ ਮਹਾਰਾਜ ਜੀਓ, ਕਿਰਪਾ ਕਰੋ। ਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤਾਂ ਤੁਠੇ ਪਾਤਸ਼ਾਹ ਜੀ ਕਹਿੰਦੇ ਨਿਹਾਲ 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 ਨੇ ਰਹਿਤ ਹਾਲ ਦੁੱਖ ਤੋਂ। ਆਪ ਜੀ ਨੂੰ ਦੁੱਖਾਂ ਤੋਂ ਰਹਿਤ ਕੀਤਾ। ਜਿਵੇਂ ਸਾਧ ਸੰਗਤ ਜੀ ਆਪਾਂ ਅਰਦਾਸ ਦੇ ਸ਼ੁਰੂ ਚ ਬੋਲਦੇ ਹਾਂ ਨਾ, ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸੇ, ਤਾ ਕਉ ਬਿਗਨ ਨਾ ਕੋ ਲੱਗੈ, ਜਾ ਕੀ ਪ੍ਰਭ ਆਗੈ ਅਰਦਾਸੇ। ਤਾਂ ਮਹਾਰਾਜ ਜੀ ਤਿੰਨ ਤਰ੍ਹਾਂ ਦੇ ਤਾਪ ਹੁੰਦੇ ਹਨ ਸੰਗਤ ਜੀ। ਤਾਪ ਕਹਿੰਦੇ ਆ ਬੁਖਾਰ ਨੂੰ, ਤੇ ਤਾਪ ਕਹਿੰਦੇ ਆ ਰੋਗਾਂ ਨੂੰ। ਤਿੰਨ ਤਰ੍ਹਾਂ ਦੇ ਰੋਗ ਹੁੰਦੇ ਆ ਸੰਗਤ ਜੀ, ਆਦਿ, ਵਿਆਧੀ ਤੇ ਉਪਾਧੀ। ਆਦਿ ਰੋਗ ਹੁੰਦੇ ਹਨ ਮਨ ਦੇ, ਮਨ ਵਿੱਚ ਸੋਗ, ਮਨ ਵਿੱਚ ਸ਼ੰਕਾ, ਮਨ ਵਿੱਚ ਦਵੈਖ, ਮਨ ਵਿੱਚ ਈਰਖਾ, ਮਨ ਵਿੱਚ 5 ਤਰ੍ਹਾਂ ਦੇ ਵਿਕਾਰ। ਤੇ ਆਦ ਵਿਆਧ ਹੁੰਦੇ ਹਨ ਸੰਗਤ ਜੀ ਤਨ ਦੇ ਰੋਗ। ਤਨ ਦੇ ਰੋਗ, ਤਨ ਪਰ ਤਾਂ ਬੇਅੰਤ ਤਰ੍ਹਾਂ ਦੇ ਰੋਗ ਹਨ ਸੰਗਤ ਜੀ, ਗਿਣਤੀ ਉਹ ਨਹੀਂ ਹੈ।
ਆ ਸਭ ਤੋਂ ਵੱਡਾ ਰੋਗ ਤਾਂ ਆਪਾਂ ਪਿੱਛੇ ਹੰਢਾ ਕੇ ਹਟਿਆ ਕਰੋਨਾ ਦਾ, ਤੇ ਇਹ ਵੀ ਤਨ ਦਾ ਰੋਗ ਸੀ। ਤਾਂ ਇਸੇ ਪ੍ਰਕਾਰ ਨਾਲ ਸੰਗਤ ਜੀ ਬੇਅੰਤ ਰੋਗ, ਸ਼ੂਗਰ ਤੇ ਹੋਰ ਸਾਰੇ ਇਤਾਦਿਕ ਰੋਗ ਹਨ। ਤਾਂ ਹੀ ਕਰਕੇ ਸਾਨੂੰ ਸੰਗਤ ਜੀ ਮਹਾਂਪੁਰਖ ਭਗਤ ਜਸਵੰਤ ਸਿੰਘ ਜੀ ਤਾਂ ਦਾਉਦਰ ਵਾਲੇ ਮਹਾਂਪੁਰਖਾਂ ਨੇ ਹੈਲਥ ਪੋਥੀ ਲਿਖੀ ਹੈ ਸੰਗਤ ਜੀ, ਤੇ GURSEVAK.com www.GURSEVAK.com ਗੁਰਸੇਵਕ.com ਤੇ ਆਪਾਂ ਅਗਰ ਫ੍ਰੀ ਡਾਊਨਲੋਡ ਹੋ ਜਾਂਦੀ ਹੈ ਸੰਗਤ ਜੀ। ਹੈਲਥ ਪੋਥੀ ਨਾਮ ਹੈ ਤੇ ਲਿਖੀ ਕਿਹਨਾਂ ਨੇ ਹੈ? ਬ੍ਰਹਮ ਸਰੂਪ ਪਰਮ ਪੂਜਨੀਕ ਭਗਤ ਜਸਵੰਤ ਸਿੰਘ ਜੀ ਭਗਤ ਜੀ ਤੇ ਮਹਾਂਪੁਰਖਾਂ ਨੇ ਲਿਖੀ ਹੈ। ਅਗਰ ਆਪਾਂ ਉਹ ਡਾਊਨਲੋਡ ਕਰ ਲਈਏ ਸੰਗਤ ਜੀ, ਉਹਦੀ ਆਡੀਓ ਵੀ ਹੈ, PDF ਵੀ ਹੈ, ਤਾਂ ਉਹ ਜਰੂਰ ਪੜ੍ਹੀਏ ਤੇ ਮਹਾਰਾਜ ਪੜ੍ਹਾ ਲੈਣ ਸਾਤੋਂ ਸਾਰਿਆਂ ਤੋਂ। ਤਾਂ ਉਹਦੇ ਵਿੱਚ ਸੰਗਤ ਜੀ ਮਹਾਂਪੁਰਖਾਂ ਨੂੰ ਦੇਖੋ ਵੀ ਪੋਥੀ ਲਿਖੀ ਮਹਾਂਪੁਰਖਾਂ ਨੇ ਹੈਲਥ ਦੀ। ਕਿਉਂ ਸੰਗਤ ਜੀ? ਕਿਉਂਕਿ ਅੱਜ ਕੱਲ ਰੋਗ ਬੜੇ ਫੈਲ ਗਏ ਹਨ। ਤਾਂ ਚਲੋ ਆਪਾਂ ਇੱਧਰ ਆ ਜਾਈਏ ਵੀ ਆਦੀ ਵਿਆਧੀ ਹੁੰਦੇ ਹਨ ਸੰਗਤ ਜੀ ਆਪਣੇ ਉਹਦੇ ਤਨ ਦੇ ਰੋਗ, ਤੇ ਵਿਆਧੀ ਹੁੰਦੇ ਹਨ ਤਨ ਦੇ ਰੋਗ, ਤੇ ਉਪਾਧੀ ਹੁੰਦੇ ਹਨ ਸੰਗਤ ਜੀ ਜਿਹੜੇ ਅਚਿੰਤੀ ਰੋਗ ਪੈ ਜਾਂਦੇ ਆ। ਜਿਵੇਂ ਸੜਕ ਪਰ ਜਾਂਦੇ ਸੀ, ਐਕਸੀਡੈਂਟ ਹੋ ਗਿਆ, ਵੀ ਕੋਈ ਸੋਚਿਆ ਤਾਂ ਨਹੀਂ ਸੀ ਪਰ ਐਕਸੀਡੈਂਟ ਹੋ ਗਿਆ। ਜਿਵੇਂ ਕਿਤੇ ਕੰਮਕਾਰ ਕਰਦੇ ਸੰਗਤ ਜੀ ਕਰੰਟ ਲੱਗ ਗਿਆ, ਤੇ ਇਸ ਤਰ੍ਹਾਂ ਦੇ ਰੋਗ। ਤਾਂ ਮਹਾਰਾਜ ਜੀ ਇਹ ਤਿੰਨੇ ਰੋਗਾਂ ਦੇ ਕੀਨੇ ਤਾਪ ਨਿਵਾਰਨ ਹਾਰਾ, ਤਿੰਨਾਂ ਦੇ ਨਿਵਰਤ ਕਰ ਦਿੰਦੇ ਆ ਸੰਗਤ ਜੀ। ਕੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ, ਜੰਮਣ ਦਾ ਤੇ ਮਰਨ ਦਾ ਸਭ ਤੋਂ ਵੱਡਾ ਦੁੱਖ ਹੈ ਸੰਗਤ ਜੀ। ਹੁਣ ਜੰਮਣ ਮਰਨ ਦੇ ਦੁੱਖ ਨੂੰ ਹੰਤਾ ਨਾਸ ਕਰ ਦਿੰਦੇ ਆ। ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ ਹੈ। ਤੇ ਸੁਖਾਂ ਦੀ ਜੋ ਰਾਸ ਹੈ ਪੂੰਜੀ ਹੈ, ਭਾਵ ਜੋ ਗੁਰੂ ਮਹਾਰਾਜ ਜੀ ਦਾ ਨਾਮ ਹੈ, ਉਹ ਸਾਨੂੰ ਬਖਸ਼ ਦਿੰਦੇ ਆ। ਜੋ ਆਪਾਂ ਨੇ ਅੱਜ ਜਪਿਆ ਹੈ ਸੰਗਤ ਜੀਓ, ਵਾਹਿਗੁਰੂ ਵਾਹਿਗੁਰੂ ਜਪਿਆ ਹੈ, ਗੁਰਬਾਣੀ ਜੀ ਜਪੇ ਹਨ, ਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਗੁਰੂ ਅੰਗਦ ਦੇਵ ਸਾਹਿਬ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਪੇ ਆ। ਤਾਂ ਇਹ ਵਾਲੀ ਪੂੰਜੀ ਮਹਾਰਾਜ ਸਾਨੂੰ ਬਖਸ਼ ਦਿੰਦੇ ਆ। ਦੁੱਖ ਹੰਤਾ ਸੁਖ ਰਾਸੇ, ਤਾ ਕਉ ਬਿਗਨ ਨਾ ਕੋ ਲਾਗੈ, ਜਾ ਕੀ ਪ੍ਰਭ ਆਗੇ ਅਰਦਾਸੇ। ਤਾਂ ਉਹਨੂੰ ਕੋਈ ਬਿਗਨ ਨਹੀਂ ਲੱਗਦਾ ਸੰਗਤ ਜੀ, ਨਾ ਤਾਂ ਮਨ ਕਰਕੇ, ਨਾ ਤਨ ਕਰਕੇ, ਤੇ ਨਾ ਹੀ ਜਿਹੜਾ ਅਚਿੰਤ ਬਿਗਨ ਲੱਗਦਾ ਹੈ। ਤੇ ਅਚਿੰਤ ਕੰਮ ਕਰੇ ਪ੍ਰਭ ਤਿਨ ਕੇ ਗੁਰ ਪ੍ਰਸਾਦ। ਤਾਂ ਮਹਾਰਾਜ ਉਹਨਾਂ ਦੇ ਅਚਿੰਤੀ ਕੰਮ ਸਵਾਰ ਦਿੰਦੇ ਆ। ਤਾਂ ਸੰਗਤ ਜੀ ਇਸ ਪ੍ਰਕਾਰ ਮਹਾਰਾਜ ਜੀ ਆਖਦੇ ਹਨ ਵੀ ਪ੍ਰਭ ਆਗੇ ਅਰਦਾਸ ਹੈ। ਜਦੋਂ ਸੰਗਤ ਜੀ ਇੱਕ ਚਿੱਤ ਤੇ ਇੱਕ ਮਨ ਹੋ ਕੇ ਮਹਾਰਾਜ ਅੱਗੇ ਅਰਦਾਸ ਕੀਤੀ ਜਾਵੇ ਨਾ, ਜਿਵੇਂ ਸਭੋ ਭਜੈ ਆਸਰਾ, ਚੂਕੈ ਸਭ ਅਸਰਾਓ, ਚੇਤੇ ਆਵੇ ਓਸ ਉਪਾਰ ਬ੍ਰਹਮ, ਲੱਗੈ ਨ ਤਤੀ ਵਾਓ। ਜਦੋਂ ਸੰਗਤ ਜੀ ਸਾਰੇ ਆਸਰੇ ਭੱਜ ਜਾਂਦੇ ਆ ਨਾ ਜੀ, ਆਸਰਿਆਂ ਨੇ ਭੱਜਣਾ ਹੈ, ਇਹਦੀ 100% ਗਾਰੰਟੀ ਹੈ। ਆਸਰਿਆਂ ਨੇ ਸਾਨੂੰ ਛੱਡ ਕੇ ਭੱਜ ਜਾਣਾ ਹੈ ਸੰਗਤ ਜੀ। ਸਭ ਤੋਂ ਵੱਡਾ ਤਾਂ ਆਸਰਾ ਆਪਾਂ ਸਰੀਰ ਨੂੰ ਮੰਨੀ ਬੈਠੇ ਆ, ਇਹਨੇ ਵੀ ਭੱਜਣਾ ਹੈ। ਤਾਂ ਸੰਗਤ ਜੀ ਜਦੋਂ ਆਸਰਿਆਂ ਨੇ ਭੱਜ ਜਾਣਾ ਹੈ ਨਾ, ਤੇ ਉਦੋਂ ਫਿਰ ਆਪਾਂ ਆਲੇ ਦੁਆਲੇ ਦੇਖਣਾ ਹੈ। ਪਰ ਅਗਰ ਆਪਾਂ ਨੇ ਨਾਮ ਜਪਿਆ ਹੋਊਗਾ, ਮਹਾਰਾਜ ਜੀ ਦੀ ਸ਼ਰਨ ਤੱਕੀ ਹੋਊਗੀ, ਮਹਾਰਾਜ ਜੀ ਦੀ ਸਾਧ ਸੰਗਤ ਕੀਤੀ ਹੋਊਗੀ, ਤੇ ਨੀਕੀ ਸਾਧ ਸੰਗਾਨੀ, ਤਾਂ ਜੇ ਇਹ ਕੀਤੀ ਹੋਊਗੀ ਸੰਗਤ ਜੀ ਜੋ ਸਭ ਤੋਂ ਉੱਤਮ ਹੈ, ਤਾਂ ਫਿਰ ਉਸ ਸਮੇਂ ਜੋ ਅਰਦਾਸ ਹੋਊਗੀ ਉਹ ਪ੍ਰਵਾਨ ਹੋ ਜੂਗੀ ਗੁਰ ਪ੍ਰਸਾਦ। ਤਾਂ ਸੰਗਤ ਜੀ ਮਹਾਰਾਜ ਕਿਰਪਾ ਕਰਦੇ ਆ। ਤਾਂ ਬੇਅੰਤ ਵਧਾਈਆਂ ਹਨ ਜੀ ਪੂਰੇ ਸਮੂਹ ਪਰਿਵਾਰ ਨੂੰ ਕਿ ਆਪ ਜੀਆਂ ਦੇ ਘਰੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਚਰਨ ਪਾਇਆ ਸੰਗਤ ਜੀ। ਤੇ ਇਹ ਕੋਈ ਮਾਮੂਲੀ ਗੱਲ ਨਹੀਂ ਹੈ। ਇਹਦਾ ਫਲ ਜੋ ਹੈ ਉਹ 1 ਸਾਲ ਦਾ ਨਹੀਂ, 1 ਦਿਨ ਦਾ ਨਹੀਂ, 1 ਜਨਮ ਦਾ ਨਹੀਂ, ਤੇ 100 ਜਨਮਾਂ ਦਾ ਵੀ ਨਹੀਂ। ਇਹਦਾ ਫਲ ਸੰਗਤ ਜੀ ਜੁਗਾਂ ਜੁਗਾਂਤਰਾਂ ਦਾ ਹੈ, ਕੋਟਾਨ ਕੋਟ ਜੁਗਾਂ ਜੁਗਾਂਤਰਾਂ ਦਾ ਫਲ ਹੈ ਮਹਾਰਾਜ ਜੀ ਦੇ ਇੱਕ ਦਰਸ਼ਨ ਕੀਤੇ ਦਾ। ਤੇ ਪਾਤਸ਼ਾਹ ਜੀ ਤਾਂ ਆਪ ਜੀ ਦੇ ਘਰੇ ਆਏ ਹਨ ਸੰਗਤ ਜੀ। ਤਾਂ ਗੁਰਪ੍ਰਸਾਦ ਆਪਾਂ ਹੁਣ ਸਾਰਿਆਂ ਨੇ ਇਹ ਗੱਲ ਦਾ ਸੰਗਤ ਜੀ ਪ੍ਰਣ ਕਰ ਲਈਏ ਵੀ ਆਪਾਂ ਨੇ ਹੁਣ ਮਹਾਰਾਜ ਜੀ ਦੀ ਜੋ ਗੁਰਬਾਣੀ ਜੀ ਹਨ ਉਹ ਸ਼ੁੱਧ ਪੜ੍ਹਨੇ ਸਿੱਖਣੇ ਹਨ, ਗੁਰਬਾਣੀ ਜੀ ਦੇ ਅਰਥ ਸਿੱਖਣੇ ਹਨ, ਤੇ ਸੰਥਾ ਕਰਨੀ ਸ਼ੁਰੂ ਕਰੀਏ ਸੰਗਤ ਜੀਓ। ਗੁਰਪ੍ਰਸਾਦ ਜੋ ਮਹਾਰਾਜ ਜੀ ਨੇ ਅੱਜ ਵਿਚਾਰ ਬਖਸ਼ੀ ਹੈ ਆਪਾਂ ਉਹ ਵਿਚਾਰ ਕਰੀਏ ਜੀ। ਤੇ ਸਭ ਤੋਂ ਪਹਿਲਾਂ ਪਿਆਰ ਨਾਲ ਆਖੀਏ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਫਿਰ ਪਿਆਰ ਨਾਲ ਆਖੀਏ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ।
ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਬਹੁ ਸ਼ਾਸਤਰ ਬਹੁ ਸਿਮਰਤੀ। ਗੁਰ ਪ੍ਰਸਾਦਿ ਸਾਧ ਸੰਗਤ ਜੀਓ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਤਤੀ ਤਵੀ ਤੇ ਖੜੇ। ਤਤੀ ਤਤਾ ਰੇਤਾ ਮਚਦਾ, ਉਬਲਦਾ ਰੇਤਾ ਧਰਮ ਰੇਤਾ ਆਪਣੇ ਪਰਮ ਪੂਜਨੀਕ ਉੱਚੇ ਸੁੱਚੇ ਸੀਸ ਤੇ ਹੁਣ ਪਾ ਰਹੇ ਹਨ। ਹੁਣ ਉਬਲਦੀ ਦੇਗ ਅੰਦਰ ਉਬਾਲੇ ਖਾ ਰਹੇ ਹਨ। ਤਾਂ ਤਤੀ ਤਵੀ ਤੇ ਖੜੇ ਮਹਾਰਾਜ ਜੀ ਸ਼ਲੋਕ ਉਚਾਰ ਰਹੇ ਹਨ। ਤੇ ਜਿਵੇਂ ਸਭ ਤੋਂ ਪਹਿਲਾ ਸ਼ਲੋਕ ਸ੍ਰੀ ਸੁਖਮਨੀ ਸਾਹਿਬ ਜੀ ਦਾ ਆਪਾਂ ਪੜ੍ਹਦੇ ਹਾਂ ਸੰਗਤ ਜੀਓ। ਆਦੇ ਗੁਰ ਏ ਨਮః, ਜੁਗਾਦੇ ਗੁਰ ਏ ਨਮః, ਸਾਤੇ ਗੁਰ ਏ ਨਮঃ, ਸ੍ਰੀ ਗੁਰਦੇਵ ਏ ਨਮঃ। ਤੇ ਫਿਰ ਆਪਾਂ ਦੂਜਾ ਸ਼ਲੋਕ ਪੜ੍ਹਦੇ ਹਾਂ ਸੰਗਤ ਜੀ। ਦੀਨ ਦਰਦ ਦੁੱਖ ਭੰਜਨਾ, ਘਾਟੇ ਘਾਟੇ ਨਾਥ ਅਨਾਥ, ਸਰਣੇ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਸੰਗਤ ਜੀ ਇਹ ਤੀਜਾ ਸ਼ਲੋਕ ਹੈ। ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਟੰਡੋਲੇ। ਤਾਂ ਐਸੇ ਮਹਾਰਾਜ ਜੀ ਹੁਣ ਤਤੀ ਤਵੀ ਤੇ ਖੜ ਕੇ ਇਹ ਪੜ ਰਹੇ ਹਨ ਕਿ ਭਾਈ ਸ਼ਲੋਕ ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਟੰਡੋਲੇ। ਪੂਜਸ ਨਾਹੀ ਹਰਿ ਹਰੇ, ਨਾਨਕ ਨਾਮ ਅਮੋਲੇ। ਤਾਂ ਮਹਾਰਾਜ ਜੀ ਪੜ ਰਹੇ ਹਨ ਕਿ ਬਹੁ ਭਾਵ ਬੇਅੰਤ ਪ੍ਰਕਾਰ ਦੇ ਬਹੁ ਸ਼ਾਸਤਰ ਬਹੁ ਸਿਮਰਤੀ। ਵੀ ਸਿਮਰਤੀਆਂ ਸੰਗਤ ਜੀ 27 ਸਿਮਰਤੀਆਂ ਮੰਨੀਆਂ ਗਈਆਂ ਹਨ। ਇਹ ਸਨਾਤਨ ਧਰਮ ਦੇ ਗ੍ਰੰਥ ਹਨ ਤੇ ਸ਼ਾਸਤਰ ਹਨ। ਖਾਟ ਸ਼ਾਸਤਰ 6 ਸ਼ਾਸਤਰ ਮੰਨੇ ਗਏ ਆ ਸੰਗਤ ਜੀ, 4 ਵੇਦ ਮੰਨੇ ਗਏ ਆ। ਤਾਂ ਮਹਾਰਾਜ ਕਹਿੰਦੇ ਵੀ ਭਾਈ ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਟੰਡੋਲੇ। ਵੀ ਆਪਾਂ ਨੇ ਕੱਲੇ ਇਹਨਾਂ ਦੇ ਪਾਠ ਸੁਣੇ ਨਹੀਂ। ਮਹਾਰਾਜ ਆਖਦੇ ਹਨ ਵੀ ਪੇਖੇ ਐਨ ਟੰਡੋਲ ਐਨ ਖੋਜੇ, ਚੰਗੀ ਤਰ੍ਹਾਂ ਖੋਜ ਪੜਤਾਲ ਕੀਤੀ। ਕਿਹਨਾਂ ਦੀ? ਸ਼ਾਸਤਰਾਂ ਦੀ, ਸਿਮਰਤੀਆਂ ਦੀ, ਹੋਰ ਬੇਅੰਤ ਗ੍ਰੰਥਾਂ ਦੀ। ਪੂਜਸੇ ਨਾਹੀ ਹਾਰੇ ਹਰੇ, ਨਾਨਕ ਨਾਮ ਅਮੋਲ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ ਜੀ ਇਸ ਸਮੇਂ ਤਤੀ ਤਵੀ ਤੇ ਖੜੇ ਇਹ ਆਖ ਰਹੇ ਹਨ, ਪੂਜਸੇ ਨਾਹੀ ਹਾਰੇ ਹਰੇ। ਵੀ ਮਹਾਰਾਜ ਜੀ ਜੋ ਸਾਰਿਆਂ ਨੂੰ ਹਰਾ ਭਰਾ ਕਰਨ ਵਾਲੇ ਹਨ, ਜੋ ਸਾਰਿਆਂ ਦੇ ਦੁੱਖ ਨਾਸ਼ ਕਰਨ ਵਾਲੇ ਹਨ, ਜੋ ਬ੍ਰਹਮ ਸਰੂਪ ਹਨ, ਪ੍ਰਕਾਸ਼ਮਾਨ ਹਨ ਤੇ ਘਟਾਂ ਘਟਾਂ ਵਿੱਚ ਵਸ ਰਹੇ ਹਨ। ਤਾਂ ਉਹ ਐਸੇ ਮਹਾਰਾਜ ਜੀ ਦੇ ਨਾਮ ਦੇ ਤੁਲ ਪੂਜਸੇ ਨਾਹੀ, ਪੁੱਜਦੇ ਨਹੀਂ ਹਨ। ਇਹ ਸਿਮਰਤੀਆਂ, ਇਹ ਵੇਦ, ਇਹ ਸ਼ਾਸਤਰ ਪੂਜਸੇ ਨਾਹੀ ਹਾਰੇ ਹਰੇ, ਨਾਨਕ ਨਾਮ ਅਮੋਲ। ਤਾਂ ਜੋ ਇਹ ਐਸਾ ਅਮੋਲਕ ਹੈ, ਅਮੁੱਲ ਗੁਣ, ਅਮੁੱਲ ਦਾਤਾਰ, ਐਸੇ ਜੋ ਅਮੁੱਲ ਗੁਣਾਂ ਦੇ ਭੰਡਾਰ ਹਨ, ਜੋ ਅਮੁੱਲ ਗੁਣਾਂ ਨੂੰ ਦੇਣ ਵਾਲੇ ਹਨ, ਦਾਤੇ ਹਨ। ਤਾਂ ਐਸਾ ਜੋ ਨਾਮ ਉਹ ਜੋ ਦਾਤ ਬਖਸ਼ਦੇ ਹਨ, ਉਹ ਨਾਮ ਦੀ ਦਾਤ ਬਖਸ਼ਦੇ ਹਨ ਤੇ ਉਹ ਵੀ ਅਮੁੱਲ ਹੈ, ਕੋਈ ਸੰਗਤ ਜੀ ਮੁੱਲ ਨਹੀਂ ਹੈ। ਤਾਂ ਪੂਜਸੇ ਨਾਹੀ ਹਾਰੇ ਹਰੇ, ਨਾਨਕ ਨਾਮ ਅਮੋਲ। ਹੁਣ ਸੰਗਤ ਜੀ ਬਹੁਤਾ ਸਮਾਂ ਨਹੀਂ, ਬਸ ਸਮਾਪਤੀ ਦੇ ਨੇੜੇ ਹੈ। ਤਾਂ ਜੋ ਸ਼ਾਸਤਰ ਹਨ ਸੰਗਤ ਜੀ, ਸਿਮਰਤੀਆਂ ਹਨ ਤੇ ਵੇਦ ਹਨ, ਇਹਨਾਂ ਵਿੱਚ ਸੰਗਤ ਜੀ ਕਰਮ ਕਾਂਡ ਦਾ ਬਹੁਤਾ ਗਿਆਨ ਦਿੱਤਾ ਗਿਆ ਹੈ। ਕਿ ਮੰਨ ਲਓ ਬਈ ਹਾਂਜੀ, ਜੇ ਜਿਵੇਂ ਗ੍ਰਹਿ ਭਾਰੀ ਹੋ ਗਿਆ ਜੀ, ਕਰਮ ਕਾਂਡ ਕਰ ਲੋ ਤੇ ਹਾਂਜੀ ਨਾਰੀਅਲ ਚੜਾ ਦੋ, ਜੱਗ ਕਰ ਲੋ, ਇਸ ਪ੍ਰਕਾਰ ਦਾ ਜੋ ਗਿਆਨ ਉਹ ਵਿਖਿਆਨ ਕੀਤਾ ਗਿਆ ਹੈ। ਤਾਂ ਮਹਾਰਾਜ ਕਹਿੰਦੇ ਵੀ ਇਹ ਸਾਰਾ ਟੰਡੋਲ ਕਰ ਲਿਆ, ਖੋਜ ਲਿਆ, ਤੇ ਪਰ ਇਹਨਾਂ ਦਾ ਵੀ ਸੋਧ ਵਿਚਾਰਾ, ਬਿਨੁ ਹਾਰੇ ਭਗਤ ਨਹੀਂ ਛੁਟਕਾਰਾ। ਵੀ ਇਹਨਾਂ ਨੂੰ ਵੀ ਸੋਧ ਕੇ ਕੀ ਵਿਚਾਰ ਨਿਕਲੀ ਵੀ ਮਹਾਰਾਜ ਜੀ ਦੀ ਭਗਤੀ ਤੋਂ ਬਿਨਾ ਛੁਟਕਾਰਾ ਨਹੀਂ ਹੈ। ਤਾਂ ਤਤਸਾਰ ਵੇਦਾਂ ਦਾ ਵੀ ਇਹੀ ਹੈ ਸੰਗਤ ਜੀ, ਵੀ ਮਹਾਰਾਜ ਜੀ ਦਾ ਨਾਮ ਜਪੇ ਤੋਂ ਬਿਨਾ ਛੁਟਕਾਰਾ ਨਹੀਂ ਹੈ। ਤਾਂ ਜਿਵੇਂ ਹੁਣ ਉਪਦੇਸ਼ ਚਾਹੋਂ ਵਰਨਾ ਕੋ ਸਾਂਝਾ, ਤਾਂ ਉਪਦੇਸ਼ ਚਾਰੇ ਵਰਨਾਂ ਨੂੰ ਸਾਂਝਾ ਹੈ ਗੁਰਬਾਣੀ ਜੀ ਦਾ। ਇਸ ਸਾਰਿਆਂ ਦੇ ਸਾਂਝੇ ਰਹਿਬਰ ਹਨ ਸੰਗਤ ਜੀ ਗੁਰਬਾਣੀ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਤਾਂ ਜਦੋਂ ਪਹਿਲਾਂ ਕੀ ਹੁੰਦਾ ਤਾਂ ਸੰਗਤ ਜੀ, ਇਹ ਜੋ ਸਿਮਰਤੀਆਂ, ਸ਼ਾਸਤਰਾਂ ਦਾ ਤੇ ਵੇਦਾਂ ਦਾ ਜੋ ਪਾਠ ਹੈ ਨਾ ਸੰਗਤ ਜੀ, ਇਹ ਆਮ ਬੰਦਿਆਂ ਨੂੰ, ਸ਼ੂਦਰਾਂ ਨੂੰ ਤੇ ਵੈਸਾਂ ਨੂੰ, ਇਹਨਾਂ ਨੂੰ ਤਾਂ ਸੁਣਨ ਦੀ ਆਗਿਆ ਹੀ ਨਹੀਂ ਸੀਗੀ। ਜੇ ਕਿਤੇ ਇਹ ਬਾਹਰੋਂ ਲੰਘ ਵੀ ਜਾਣ ਤੇ ਕੋਈ ਪੰਡਿਤ ਬ੍ਰਾਹਮਣ ਜੀ
ਤਾਂ ਉਹ ਅਗਰ ਇਹਦਾ ਪਾਠ ਕਰਦੇ ਹੋਣ ਤੇ ਉਹ ਕਿਤੇ ਵੈਸ ਦੇ ਕੰਨ ਵਿੱਚ ਪੈ ਜੇ। ਵੈਸ ਹੁੰਦਾ ਸੰਗਤ ਜੀ ਵੀ ਨੀਵੀਂ ਜਾਤ ਬਣਾਈ ਗਈ ਸੀ ਬ੍ਰਾਹਮਣਾਂ ਵੱਲੋਂ, ਵੀ ਉਹਨਾਂ ਨੂੰ ਨੀਵਾਂ ਸਮਝਿਆ ਜਾਂਦਾ ਸੀਗਾ, ਕੋਈ ਹੱਕ ਨਹੀਂ ਸੀ, ਸਿਰਫ ਉਹ ਮਲ ਮੂਤਰ ਢਾਉਂਦੇ ਸਨ ਵੱਡੀਆਂ ਜਾਤਾਂ ਵਾਲਿਆਂ ਦੇ। ਤਾਂ ਸੰਗਤ ਜੀ ਕੋਈ ਹੱਕ ਨਹੀਂ ਸੀ, ਤਾਂ ਹੱਕ ਤੱਕ ਇਹਨਾਂ ਨੇ ਦਵਾਏ, ਹੱਕ ਦਵਾਇਆ ਕਲਗੀਆਂ ਵਾਲੇ ਮਹਾਕਾਲ ਅਕਾਲੀ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ। ਹੱਕ ਦਵਾਏ ਮਹਾਕਾਲ ਚੱਕਰਵਰਤੀ ਸਮਰਾਟ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ। ਤੇ ਹੋਰ ਕਿਹਨੇ ਹੱਕ ਦਿਵਾਣੇ ਸੰਗਤ ਜੀ? ਤਾਂ ਐਸੇ ਜੋ ਸ਼ੂਦਰਾਂ ਨੂੰ ਸੰਗਤ ਜੀ ਮਾੜਾ ਸਮਝਿਆ ਜਾਂਦਾ ਸੀ, ਉਹਨਾਂ ਨੂੰ ਸਿਮਰਤੀਆਂ ਦਾ ਪਾਠ ਨਹੀਂ ਕਰਨ ਦਿੱਤਾ ਜਾਂਦਾ ਸੀ। ਕਰਨਾ ਤਾਂ ਦੂਰ ਦੀ ਗੱਲ, ਵੇਖਣਾ ਵੀ ਦੂਰ ਦੀ ਗੱਲ, ਸੁਣਨ ਨਹੀਂ ਤਾਂ ਦਿੱਤਾ ਜਾਂਦਾ ਸੰਗਤ ਜੀ। ਤਾਂ ਜਦੋਂ ਉਹਨਾਂ ਦੇ ਕਿਤੇ ਕੰਨ ਵਿੱਚ ਪੈ ਜਾਣਾ, ਕੋਈ ਤੁਕ ਪੈ ਜਾਣੀ, ਤੇ ਉਹਨਾਂ ਦੇ ਕੰਨ ਵਿੱਚ ਸੰਗਤ ਜੀ ਸਿੱਕਾ ਹੁੰਦਾ, ਇਹ ਮੈਟਲ ਹੈ, ਧਾਤੂ ਹੈ, ਤੇ ਉਹਨੂੰ ਪਿਘਲਾ ਕੇ ਉਹਨਾਂ ਦੇ ਕੰਨ ਵਿੱਚ ਪਾ ਦਿੱਤਾ ਜਾਂਦਾ ਸੀਗਾ ਵੀ ਤੂੰ ਤੇਰੇ ਕੰਨ 'ਚ ਨਾ ਐਨੀ ਪਾਵਨ ਪਵਿੱਤਰ ਤੁਕ ਪੈ ਗਈ। ਤਾਂ ਸੰਗਤ ਜੀ ਜਿਹਨੇ ਕਦੇ ਉਹਨਾਂ ਦਾ ਭਲਾ ਕਿੱਥੇ ਹੋ ਜਾਣਾ ਸੀ, ਨਾ ਤਾਂ ਪੜਨ ਵਾਲਿਆਂ ਦਾ ਭਲਾ ਹੋਣਾ ਸੀ ਕਿਉਂਕਿ ਉਹ ਇਹ ਕੰਮ ਕਰਦੇ ਸੀ, ਤੇ ਸੁਣਨੇ ਵਾਲਿਆਂ ਨੂੰ ਤਾਂ ਸੁਣਨੇ ਨਹੀਂ ਸੀ ਦਿੱਤਾ ਜਾਂਦਾ। ਤੇ ਸੰਗਤ ਜੀ ਹੈਰਾਨੀ ਦੀ ਗੱਲ ਇਹ ਹੈ ਵੀ ਚੌਹ ਚੱਕਾਂ ਵਿੱਚ ਕਿਸੇ ਵੀ ਬੀਬੀ ਨੂੰ ਪੜਨਾ ਤਾਂ ਕੀ ਸੁਣਨੇ ਉਪਦੇਸ਼ ਸੁਣਨ ਦਾ ਵੀ ਹੱਕ ਨਹੀਂ ਸੀ ਵੇਦਾਂ ਸ਼ਾਸਤਰਾਂ ਦਾ ਚੌਹ ਚੱਕਾਂ ਵਿੱਚ। ਤੇ ਫਿਰ ਕੀ ਹੋਇਆ ਸੰਗਤ ਜੀ? ਫਿਰ ਹੋਇਆ ਬਾਬੇ ਤਾਰੇ ਚਾਰ ਚੱਕ, ਨੌ ਖੰਡ ਪ੍ਰਿਥਵੀ ਸੱਚਾ ਢੋਆ। ਫਿਰ ਜਦੋਂ ਸੰਗਤ ਜੀ ਧਰਤੀ ਨੇ ਪੁਕਾਰ ਕੀਤੀ, ਫਿਰ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਅਵਤਾਰ ਧਾਰਿਆ। ਫਿਰ ਸੰਗਤ ਜੀ ਮਹਾਰਾਜ ਜੀ ਨੇ ਕਿਹਾ ਸੋ ਕਿਉਂ ਮੰਦਾ ਆਖੀਐ ਜੇ ਤੁ ਜਮਹਿ ਰਾਜਾਨ। ਤਾਂ ਐਸੇ ਹੱਕ ਮਹਾਰਾਜ ਜੀ ਨੇ ਬੀਬੀਆਂ ਨੂੰ ਬਖਸ਼ਿਸ਼ ਕੀਤੇ। ਤਾਂ ਸੰਗਤ ਜੀ ਮਹਾਰਾਜ ਜੀ ਨੇ ਫਿਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤਤੀ ਦੇਵੀ ਤੇ ਖੜ ਕੇ ਪੜ ਰਹੇ ਹਨ। ਕੀ ਪੜ ਰਹੇ ਹਨ? ਆਪਾਂ ਸਾਰੇ ਪੜੀਏ। ਬਾਹੋ ਸਾਸਤਰ ਬਾਹੋ ਸਿਮਰਤੀ, ਤੇਖੇ ਸਰਬ ਟੰਡੋਲੇ, ਪੂਜਸ ਨਾਹੀ ਹਰਿ ਹਰੇ, ਨਾਨਕ ਨਾਮ ਅਮੋਲ। ਤੇ ਸੰਗਤ ਜੀ ਐਸੇ ਗੁਰੂ ਸਾਹਿਬ ਹਨ ਸੰਗਤ ਜੀ, ਤੇ ਉਹ ਸਾਨੂੰ ਵੱਡਿਆਂ ਭਾਗਾਂ ਨਾਲ ਮਿਲੇ ਹਨ। ਤਾਂ ਆਪਾਂ ਉਹ ਵੀ ਥੋੜਾ ਜਾਪ ਕਰ ਲਈਏ। ਐਸਾ ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ, ਭੂਲੇ ਮਾਰਗ ਜਿਨਹਿ ਬਤਾਇਆ, ਭੂਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ, ਭੂਲੇ ਮਾਰਗ ਜਿਨਹਿ ਬਤਾਇਆ, ਭੂਲੇ ਮਾਰਗ ਜਿਨਹਿ ਬਤਾਇਆ। ਸੰਗਤ ਜੀ ਐਸੇ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਐਨੇ ਤਸੀਹੇ ਸਹਾਰੇ, ਭੁੱਖ ਨੀਂਦਰਾ ਸਹਾਰਿਆ, ਤੱਤੀਆਂ ਤਵੀਆਂ ਤੇ ਖੜੇ ਤਾਂ ਜੋ ਸਾਨੂੰ ਗੁਰਬਾਣੀ ਜੀ ਪ੍ਰਾਪਤ ਹੋ ਸਕਣ। ਤੇ ਐਸੇ ਗੁਰ ਸਾਨੂੰ ਵਡਭਾਗੀ ਮਿਲੇ ਹਨ ਸੰਗਤ ਜੀਓ, ਜਿਨ੍ਹਾਂ ਨੇ ਐਸੇ ਜੋ ਭੁੱਲੇ ਭਟਕੇ ਸਨ, ਜਿਹੜੇ ਬੀਬੀਆਂ ਨੂੰ ਮਾੜਾ ਸਮਝਦੇ ਸਨ ਤੇ ਸ਼ੂਦਰਾਂ ਨੂੰ ਜਾਤਾਂ ਪਾਤਾਂ ਵਿੱਚ ਫਸੇ ਸਨ, ਤੇ ਉਹ ਐਸੇ ਭੁੱਲਿਆਂ ਨੂੰ ਮਹਾਰਾਜ ਜੀ ਨੇ ਭੂਲੇ ਮਾਰਗ ਜਿਨਹਿ ਬਤਾਇਆ, ਤੇ ਉਹਨਾਂ ਨੇ ਫਿਰ ਸਹੀ ਰਸਤਾ ਸਾਨੂੰ ਬਖਸ਼ਿਸ਼ ਕੀਤਾ ਹੈ। ਤਾਂ ਸੰਗਤ ਜੀ ਮਹਾਰਾਜ ਕਿਰਪਾ ਕਰਨ, ਆਪ ਸੰਗਤ ਜੀ ਅਸੀਸ ਬਖਸ਼ਿਸ਼ ਕਰਿਓ। ਬੇਅੰਤ ਭੁੱਲਾਂ ਹਨ ਸੰਗਤ ਜੀ, ਗੁਰਬਾਣੀ ਜੀ ਦੀ ਵਿਚਾਰ ਕਰਦੇ ਆਂ ਤੇ ਮਹਾਰਾਜ ਜੀ ਦੀ ਸਾਖੀ ਸੁਣਾਉਂਦੇ ਆਂ, ਤੇ ਮਹਾਰਾਜ ਜੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਖਿਮਾ ਬਖਸ਼ਿਸ਼ ਕਰਨ। ਸੰਗਤ ਖਿਮਾ ਬਖਸ਼ਿਸ਼ ਕਰਿਓ, ਅੱਗੇ ਤੋਂ ਅਸੀਸ ਬਖਸ਼ਿਸ਼ ਕਰਿਓ। ਮਹਾਰਾਜ ਜੀ ਆਪ ਮਤ ਬੁੱਧ ਪ੍ਰਕਾਸ਼ ਕਰਕੇ ਗੁਰਬਾਣੀ ਜੀ ਦੇ ਅਰਥ, ਗੁਰਬਾਣੀ ਜੀ ਸ਼ੁੱਧ ਗੁਰਬਾਣੀ ਜੀ ਦੇ ਜਾਪ ਹਿਰਦੇ ਵਿੱਚ ਵਸਾ ਦੇਣ, ਤੇ ਆਪਣਾ ਸ਼ੁੱਧ ਜੋ ਪਰਮ ਪੂਜਨੀਕ ਜੋ ਮਾਣਮੱਤਾ ਇਤਿਹਾਸ ਹੈ ਉਸ ਮਹਾਰਾਜ ਹਿਰਦੇ ਵਿੱਚ ਸਾਨੂੰ ਸਾਰਿਆਂ ਦੇ ਵਸਾ ਦੇਣ। ਤੇ ਐਸੀ ਮਹਾਰਾਜ ਜੀ ਕਿਰਪਾ ਕਰਨ। ਤੇ 2 ਮਿੰਟ ਸੰਗਤ ਜੀ ਸਿਮਰਨ ਕਰਕੇ ਤੇ ਫਿਰ ਫਤਿਹ ਗਜਾਈਏ ਜੀ। ਸਾਰੇ ਪਿਆਰ ਨਾਲ ਮਹਾਰਾਜ ਜੀ ਦਾ ਨਾਮ ਜਪੀਏ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ 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 To learn more, please visit gursevak.com